ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਤੇ ਇੰਟਰਨੈਟ ਦੇ ਮਾਧਿਅਮ ਰਾਹੀਂ ਸਹਿਜ ਪਾਠ ਸੰਥਿਆ ਦੇ ਵਿਚਾਰ ਨਾਲ ਜੁੜ ਰਹੀਆਂ ਸਮੂਹ ਸੰਗਤਾਂ ਵਡਭਾਗੇ ਹੋ। ਆਓ ਆਰੰਭਤਾ ਕਰਨੀ ਕਰੀਏ ਪਾਵਨ ਇਕਾੜ ਦੇ ਉੱਪਰੋਂ 13ਵੀਂ ਅਸ਼ਟਪਦੀ ਦੀ ਆਰੰਭਤਾ ਹੈ। ਸੋ ਫਤਿਹ ਪ੍ਰਵਾਨ ਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹਿਲਾ ਪਹਿਲਾ। ਤ੍ਰਿਸ਼ਨਾ ਮਾਇਆ ਮੋਹਣੀ ਸੁਤ ਬੰਧਪ ਘਰ ਨਾਰ। ਪਾਤਸ਼ਾਹ ਜੀ ਸਮਝਾ ਰਹੇ ਹਨ ਇੱਥੇ ਮਾਇਆ ਦੇ ਬਾਰੇ। ਇਸ ਸ਼ਬਦ ਦੇ ਅੰਦਰ, ਇਸ ਅਸ਼ਟਪਦੀ ਦੇ ਅੰਦਰ 9 ਪਦੇ ਹਨ ਅਤੇ ਸਾਰੇ ਦੇ ਵਿੱਚ ਮਾਇਆ ਦੇ ਰੂਪ ਦੇ ਬਾਰੇ ਹੀ ਪਾਤਸ਼ਾਹ ਜੀ ਨੇ ਲਗਭਗ ਜਿਹੜਾ ਉਹ ਬਿਆਨ ਕੀਤਾ ਹੈ। ਸਤਿਗੁਰੂ ਜੀ ਆਖਣ ਲੱਗੇ ਸੁਤ ਬੰਧਪ ਘਰ ਨਾਰ। ਸੁਤ ਤੋਂ ਭਾਵ ਪੁੱਤਰ ਅਤੇ ਬੰਧਪ ਤੋਂ ਰਿਸ਼ਤੇਦਾਰ, ਰਿਸ਼ਤੇਦਾਰ ਸਾਕ ਸੰਬੰਧੀ ਅਤੇ ਘਰ ਨਾਲ, ਘਰ ਅਤੇ ਇਸਤਰੀ ਆਦਿਕ ਦੇ ਮੋਹ ਕਾਰਨ ਪਾਸ਼ੇ ਤ੍ਰਿਸ਼ਨਾ ਮਾਇਆ ਮੋਹਣੀ ਕਿ ਆਦਿ ਦੇ ਮੋਹ ਦੇ ਕਾਰਨ ਮੋਹਣੀ ਮਾਇਆ ਦੀ ਤ੍ਰਿਸ਼ਨਾ ਜੀਵਾਂ ਨੂੰ ਜਿਹੜੀ ਉਹ ਵਿਆਪ ਰਹੀ ਹੈ। ਕਿ ਬਹੁਤੀ ਵਾਰ ਹੈ ਮਨੁੱਖ ਇਹਨਾਂ ਜੀਵਾਂ ਦੇ ਕਰਕੇ ਜਾਂ ਇਹਨਾਂ ਸਾਕਾਂ ਦੇ ਕਰਕੇ ਬਹੁਤ ਸਾਰੇ ਗਲਤ ਕਾਰਜ ਕਰਦਾ ਹੈ ਜਿਹੜੇ ਉਹਨੂੰ ਨਹੀਂ ਕਰਨੇ ਚਾਹੀਦੇ। ਕਿਉਂਕਿ ਉਹ ਕਿਤੇ ਨਾ ਕਿਤੇ ਪੁੱਤਰ ਅੱਗੇ, ਬੱਚਿਆਂ ਅੱਗੇ, ਇਸਤਰੀ ਅੱਗੇ, ਪੁਰਸ਼ ਅੱਗੇ, ਮਾਂ ਪਿਓ ਅੱਗੇ, ਬੱਚਿਆਂ ਅੱਗੇ ਜਾਂ ਘਰ ਦੇ ਕਾਰਨ ਉਹ ਮੋਹ ਦੇ ਕਰਕੇ ਕਈ ਵਾਰ ਅਜਿਹੇ ਕਾਰਜ ਕਰਦਾ ਹੈ ਕਿ ਜਿਹੜੇ ਉਹਨੂੰ ਨਹੀਂ ਕਰਨੇ ਚਾਹੀਦੇ। ਇਸੇ ਕਰਕੇ ਪਾਤਸ਼ਾਹ ਜੀ ਆਖਣ ਕਿ ਜਦੋਂ ਇਹ ਕਾਰਜ ਕਰਦਾ ਹੈ ਉਦੋਂ ਫਿਰ ਉਹਨੂੰ ਜਿਹੜੀ ਤ੍ਰਿਸ਼ਨਾ ਦੀ ਮਾਇਆ ਹੈ ਨਾ, ਮਾਇਆ ਹੈ, ਮੋਹ ਹੈ, ਉਹਨੂੰ ਮੋਹ ਲੈਂਦਾ ਹੈ। ਇਸ ਕਰਕੇ ਕਿ ਉਹ ਜਿਹੜੇ ਕਾਰਜ ਕਰਦਾ ਹੈ ਉਹ ਮਾਇਆ ਤੇ ਮੋਹ ਦੇ ਅਧੀਨ ਹੋ ਕੇ ਹੀ ਕਰਦਾ ਹੈ। ਇਸ ਕਰਕੇ ਇਹ ਮਾਇਆ ਦਾ ਮੋਹ ਉਹਨੂੰ ਵਿਆਪਦਾ ਹੈ। ਧਨ ਜੋਬਨ ਜਗ ਠੱਗਿਆ ਲੱਭ ਲੋਭ ਅਹੰਕਾਰ। ਹੁਣ ਇੱਥੇ ਪਾਤਸ਼ਾਹ ਜੀ ਨੇ 2 ਸ਼ਬਦ ਬਖਸ਼ਿਸ਼ ਕੀਤੇ ਨੇ, ਲੱਭ ਅਤੇ ਲੋਭ। ਇੱਕ ਭੱਬੇ ਨਾਲ ਹੈ, ਇੱਕ ਬੱਬੇ ਨਾਲ ਹੈ। ਇਹਨਾਂ ਦੋਵਾਂ ਦੇ ਉਚਾਰਨ ਦਾ ਵੀ ਖਿਆਲ ਰੱਖਣਾ। ਸਤਿਗੁਰੂ ਪਾਤਸ਼ਾਹ ਜੀ ਸਮਝਾਉਣ ਲੱਗੇ ਕਿ ਧਨ, ਬਹੁਤੀ ਵਾਰ ਧਨ ਸ਼ਬਦ ਹੈ ਉਹ ਨੰਨੇ ਨੂੰ ਔਂਕੜ ਨਾਲ ਆਉਂਦਾ ਜਦੋਂ ਧਨ ਦੀ ਗੱਲ ਹੁੰਦੀ ਹੈ, ਪਰ ਇੱਥੇ ਸਿਹਾਰੀ ਹੈ ਜਿਹੜੀ ਉਹ ਨਾਲ ਨੇ ਦੇ ਅਰਥ ਕਰ ਰਹੀ ਹੈ। ਸੰਬੰਧਕ ਦੇ ਵਿੱਚ ਆ ਕੇ ਧਨ ਨੇ। ਅੱਗੇ ਜੋਬਨ ਦਾ ਅਰਥ ਕੀ ਹੈ ਜੀ? ਜਵਾਨੀ ਤੇ ਜਵਾਨੀ ਨੇ। ਉਸ ਤੋਂ ਅਗਾਂਹ ਜਗ ਠੱਗਿਆ। ਲੱਭ ਤੋਂ ਭਾਵ ਕਿ ਲੱਭ ਨੇ, ਲੋਭ ਨੇ ਅਤੇ ਅਹੰਕਾਰ ਨੇ। ਕਿ ਇਹ ਸਾਰੇ ਜਿਹੜੇ ਧਨ, ਜਵਾਨੀ, ਲੋਭ, ਅਹੰਕਾਰ, ਲੱਭ ਹੈ, ਸਾਰੇ ਜਗਤ ਨੂੰ ਇਹਨੇ ਲੁੱਟਿਆ ਹੋਇਆ ਹੈ, ਲੁੱਟ ਹੀ ਲਿਆ ਹੈ। ਕਹਿਣ ਤੋਂ ਭਾਵ ਹੈ ਕਿ ਇਹ ਜਿਹੜੀਆਂ ਚੀਜ਼ਾਂ ਦੇ ਕਰਕੇ ਮਨੁੱਖ ਹਉਮੈ ਦੇ ਵਿੱਚ ਆ ਜਾਂਦਾ, ਹੰਕਾਰ ਦੇ ਵਿੱਚ ਆ ਜਾਂਦਾ ਕਿ ਮੇਰੇ ਕੋਲੇ ਪੈਸੇ ਦੀ ਤਾਕਤ ਬਹੁਤ ਹੈ, ਜਾਂ ਮੈਂ ਬਹੁਤ ਸੋਹਣਾ ਹਾਂ, ਜਾਂ ਮੇਰਾ ਸਰੀਰ ਬਹੁਤ ਜਿਹੜਾ ਹੈ ਬਲਵਾਨ ਹੈ, ਇਤਿਆਦਿਕ ਹੋਰ ਜਿਹੜੇ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਜਿਹੜੀਆਂ ਚੀਜ਼ਾਂ ਗਿਣਵਾਈਆਂ ਨੇ ਉਹਨਾਂ ਦੇ ਕਰਕੇ ਮਨੁੱਖ ਕਈ ਵਾਰ ਵਿਕਾਰੀ ਹੋ ਜਾਂਦਾ ਹੈ ਤੇ ਉਸ ਮਾਲਕ ਦੇ ਹੁਕਮ ਤੋਂ ਆਕੀ ਹੋ ਜਾਂਦਾ ਹੈ। ਮੋਹ ਠਗੌਲੀ ਹਉ ਮੁਈ ਸਾ ਵਰਤੈ ਸੰਸਾਰ। ਠਗੌਲੀ, ਠਗੌਰੀ ਸ਼ਬਦ ਹੈ ਗੁਰਬਾਣੀ ਵਿੱਚ ਕਈ ਵਾਰੀ ਆਏਗਾ। ਠਗੌਲੀ
ਠੱਗ ਉਲੀ ਤੋਂ ਭਾਵ ਹੈ ਕਿ ਇੱਕ ਅਜਿਹੀ ਬੂਟੀ ਜਿਸ ਦੇ ਵਿੱਚ ਅਜਿਹਾ ਨਸ਼ਾ ਹੁੰਦਾ ਹੈ ਕਿ ਜਦੋਂ ਕੋਈ ਠੱਗ ਹੈ ਉਹ ਉਸ ਬੂਟੀ ਨੂੰ ਕਿਸੇ ਦੂਸਰੇ ਮਨੁੱਖ ਨੂੰ ਸੰਘਾ ਕੇ ਜਾਂ ਪਿਆ ਕੇ ਉਹਨੂੰ ਬੇਹੋਸ਼ ਕਰਕੇ ਉਹਦਾ ਧਨ ਪਦਾਰਥ ਸਾਰਾ ਕੁਝ ਲੁੱਟ ਲੈਂਦਾ ਹੈ। ਕਹਿਣ ਦਾ ਭਾਵ ਇੱਕ ਅਜਿਹੀ ਬੂਟੀ ਜਿਹਦੇ ਵਿੱਚ ਹੈ ਜਿਹੜੀ ਬੇਹੋਸ਼ ਕਰਨ ਦੀ ਜਿਹੜੀ ਹੈ ਤਾਕਤ ਹੁੰਦੀ ਹੈ ਕਿ ਕੋਈ ਇੱਕ ਠੱਗ ਦੂਸਰੇ ਵਿਅਕਤੀ ਨੂੰ ਬੇਹੋਸ਼ ਕਰਕੇ ਉਹਦਾ ਸਾਰਾ ਕੁਝ ਲੁੱਟ ਲੈਂਦਾ ਹੈ। ਇਸੇ ਕਰਕੇ ਪਾਤਸ਼ਾਹ ਜੀ ਫਿਰ ਇੱਥੇ ਆਖ ਰਹੇ ਹਨ ਇਹਨੂੰ ਠੱਗ ਮੂਰੀ, ਠੱਗ ਬੂਟੀ, ਧਤੂਰਾ ਆਦਿਕ ਜਿਹੜਾ ਨਾਵਾਂ ਦੇ ਨਾਲ ਵੀ ਜਿਹੜਾ ਹੈ ਉਹ ਜਾਣਿਆ ਜਾਂਦਾ ਹੈ। ਪਾਤਸ਼ਾਹ ਜੀ ਆਖਣ ਲੱਗੇ ਕਿ ਮੋਹ ਦੀ ਜਿਹੜੀ ਇਹ ਠੱਗ ਬੂਟੀ ਹੈ ਨਾ, ਮੋਹ ਰੂਪ ਜਿਹੜੀ ਇਹ ਠੱਗ ਬੂਟੀ ਨੇ ਮੈਨੂੰ ਵੀ ਠੱਗ ਲਿਆ। ਭਾਵ ਮਾਇਆ ਇੱਕ ਮੋਹ ਰੂਪੀ ਜਿਹੜੀ ਠੱਗ ਬੂਟੀ ਹੈ ਜਿਹਦੇ ਮੋਹ ਨੇ ਮੈਨੂੰ ਵੀ ਠੱਗ ਲਿਆ। ਮੋਈ ਤੋਂ ਭਾਵ ਮੈਂ ਇਹਦੇ ਵਿੱਚ ਫਸ ਗਈ ਹਾਂ, ਮਰ ਗਈ ਹਾਂ, ਫਸ ਗਈ ਇਹਦੇ ਵਿੱਚ। ਇਹੀ ਮੋਹ ਠੱਗ ਬੂਟੀ ਸਾਰੇ ਸੰਸਾਰ ਵਿੱਚ ਆਪਣਾ ਜਿਹੜਾ ਉਹ ਜ਼ੋਰ ਪਾ ਰਹੀ ਹੈ। ਸਾ ਵਰਤੈ ਸੰਸਾਰ ਕੀ, ਇਹ ਮਾਇਆ ਦਾ ਮੋਹ ਹੀ ਹੈ ਕਿ ਜਿਹੜਾ ਸਾਰੇ ਸੰਸਾਰ ਦੇ ਅੰਦਰ ਵਰਤ ਰਿਹਾ ਹੈ ਅਤੇ ਉਸ ਨੂੰ ਇਸ ਦੇ ਬਾਰੇ ਗਿਆਨ ਹੀ ਨਹੀਂ ਹੋ ਰਿਹਾ ਕਿ ਇਹ ਠੱਗ ਬੂਟੀ ਹੈ ਤੇ ਇਹਦੇ ਕਾਰਨ ਮੇਰੇ ਸਵਾਸਾਂ ਰੂਪੀ ਜਿਹੜੀ ਪੂੰਜੀ ਹੈ ਉਹ ਮਾਲਕ ਦੀ ਰਜ਼ਾ ਦੇ ਵਿੱਚ ਜੁੜਨ ਦੀ ਬਜਾਏ, ਨਾਮ ਧਿਆਉਣ ਦੀ ਬਜਾਏ ਜਿਹੜਾ ਹੈ ਵਿਅਰਥ ਵਿਕਾਰਾਂ ਦੇ ਵਿੱਚ ਜਿਹੜੀ ਉਹ ਲੁੱਟੀ ਜਾ ਰਹੀ ਹੈ। ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨ ਕੋਏ। ਪਾਤਸ਼ਾਹ ਜੀ ਆਖਣ ਲੱਗੇ, ਹੇ ਮੇਰੀ ਪ੍ਰੀਤਮ ਪਰਮੇਸ਼ਰ ਜੀਓ, ਮੈਨੂੰ ਇਸ ਠੱਗ ਬੂਟੀ ਤੋਂ, ਠਗੌਲੀ ਤੋਂ, ਮਾਇਆ ਤੋਂ ਬਚਾਉਣ ਦੇ ਲਈ ਤੁਝ ਬਿਨ ਅਵਰ ਨਾ ਕੋਈ, ਤੇਰੇ ਤੋਂ ਬਿਨਾ ਮੈਨੂੰ ਹੋਰ ਕੋਈ ਨਹੀਂ ਦਿਸਦਾ ਕਿ ਜਿਹੜਾ ਮੈਨੂੰ ਇਸ ਤੋਂ ਬਚਾ ਲੇ, ਜਿਹੜਾ ਮੈਨੂੰ ਇਸ ਤੋਂ ਜਿਹੜਾ ਹੈ ਉਹ ਬਾਹਰ ਕੱਢ ਲਏ, ਮੈਨੂੰ ਹੋਸ਼ ਵਿੱਚ ਲੈ ਆਵੇ। ਕਿ ਜਦੋਂ ਕੋਈ ਠੱਗ ਬੂਟੀ ਭਾਵ ਕਿ ਕੋਈ ਐਸੀ ਵਸਤੂ ਮਨੁੱਖ ਖਾ ਲੈਂਦਾ ਹੈ ਜਿਹਦੇ ਨਾਲ ਉਹਨੂੰ ਆਪਣੀ ਹੋਸ਼ ਹੀ ਨਹੀਂ ਰਹਿੰਦੀ ਤੇ ਫਿਰ ਉਹਨੂੰ ਸਮਝਾਇਆ ਨਹੀਂ ਨਾ ਜਾ ਸਕਦਾ। ਜਦੋਂ ਬੇਹੋਸ਼ ਪਏ ਬੰਦੇ ਨੂੰ ਆਪਾਂ ਕੀ ਸਮਝਾ ਸਕਦੇ ਹਾਂ, ਭਾਵੇਂ ਜਿਤਨਾ ਮਰਜ਼ੀ ਵਿਦਵਾਨ ਖਲੋਤਾ ਹੋਏ। ਪਰ ਗੁਰੂ ਕੋਲ ਐਸੀ ਤਾਕਤ ਹੈ ਕਿ ਫਿਰ ਉਹ ਮਾਇਆ ਦੇ ਮੋਹ ਵਿੱਚ ਬੇਹੋਸ਼ ਹੋਇਆਂ ਨੂੰ, ਆਪਣੇ ਜੀਵਨ ਦੇ ਰਸਤੇ ਤੋਂ ਖੁੰਝਿਆਂ ਮਨੁੱਖਾਂ ਨੂੰ ਫਿਰ ਸਮਝਾਉਣ ਦੀ ਤਾਕਤ ਰੱਖਦਾ ਹੈ, ਮਾਲਕ ਦੇ ਨਾਮ ਨਾਲ ਜੋੜਨ ਦੀ ਤਾਕਤ ਰੱਖਦਾ ਹੈ। ਇਸ ਕਰਕੇ ਫਿਰ ਜੀਵ ਹੈ ਕਿ ਉਹ ਮਾਲਕ ਦੇ ਬਿਨਾਂ, ਮਾਲਕ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਆਸਰਾ ਨਹੀਂ ਹੈ। ਮੈਂ ਤੁਝ ਬਿਨ ਅਵਰ ਨਾ ਭਾਵਈ, ਤੂੰ ਭਾਵੇਂ ਸੁਖ ਹੋਏ ਰਹਾਓ। ਹੁਣ ਪਾਤਸ਼ਾਹ ਜੀ ਆਖਦੇ ਹਨ, ਮੈਂ ਤੁਝ ਬਿਨ ਅਵਰ ਨਾ ਭਾਵਈ। ਭਾਵਈ ਦਾ ਅਰਥ ਹਾਂਜੀ ਚੰਗਾ ਲੱਗਣਾ, ਭਾਉਣਾ, ਕੀ ਭਾ ਜਾਣਾ, ਬਹੁਤ ਚੰਗਾ ਲੱਗਣਾ, ਪਿਆਰਾ ਲੱਗਣਾ। हे ਮਾਲਕ ਜੀ, ਮੇਰੇ ਪਰਮੇਸ਼ਰ ਜੀਓ, ਪ੍ਰੀਤਮ ਜੀਓ, ਮੈਂ ਤੁਝ ਬਿਨ ਅਵਰ ਨਾ ਭਾਵੀ, ਮੈਨੂੰ ਤੁਹਾਡੇ ਤੋਂ ਬਿਨਾ ਹੋਰ ਕੋਈ ਚੰਗਾ ਨਹੀਂ ਲੱਗਦਾ, ਹੋਰ ਕੋਈ ਪਿਆਰਾ ਨਹੀਂ ਲੱਗਦਾ, ਮੇਰੇ ਮਨ ਨੂੰ ਹੋਰ ਕੋਈ ਨਹੀਂ ਭਾਉਂਦਾ ਹੈ। ਅਤੇ ਤੂੰ ਭਾਵੇਂ, ਜਦੋਂ ਤੂੰ ਮੈਨੂੰ ਪਿਆਰਾ ਲੱਗਣ ਲੱਗ ਪੈਣਾ ਹੈ, ਮੇਰੇ ਮਨ ਨੂੰ ਪਿਆਰਾ ਲੱਗਦਾ ਹੈ, ਤਾਂ ਕੀ ਹੁੰਦਾ ਹੈ? ਸੁਖ ਹੋਏ, ਮੈਨੂੰ ਆਤਮਿਕ ਆਨੰਦ ਮਿਲਦਾ ਹੈ, ਆਤਮਿਕ ਸੁਖ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ। ਨਾਮ ਸਲਾਹੀ ਰੰਗ ਸਿਉ, ਗੁਰ ਕੈ ਸ਼ਬਦ ਸੰਤੋਖ। ਸਲਾਹੀ ਸ਼ਬਦ ਨਹੀਂ ਹੈ, ਸਾਲਾਹੀ, ਸੱਸੇ ਨੂੰ ਵੀ ਕਰਨਾ ਹੈ, ਸਾਲਾਹੀ ਰੰਗ ਸਿਉ। ਪਾਤਸ਼ਾਹ ਜੀ ਆਖਣ ਲੱਗੇ ਕਿ हे ਮੇਰੇ ਮਨ, ਕਿ ਪ੍ਰੇਮ ਦੇ ਨਾਲ ਜਿਹੜਾ ਹੈ ਰੰਗ ਸਿਉ, ਰੰਗ ਦਾ ਅਰਥ ਪ੍ਰੇਮ ਦੇ ਨਾਲ ਨਾਮ ਸਲਾਹੀ, ਕਿ ਪ੍ਰੇਮ ਦੇ ਨਾਲ ਉਸ ਮਾਲਕ ਦੇ ਨਾਮ ਦੀ ਸਿਫਤ ਸਲਾਹ ਕਰ ਅਤੇ ਗੁਰ ਕੈ ਸ਼ਬਦ ਸੰਤੋਖ। ਹੀ ਮਨ ਗੁਰੂ ਦੇ ਸ਼ਬਦ ਰਾਹੀਂ ਸੰਤੋਖ ਧਾਰ ਕੇ,
कि संतोखी होवे पहला तेरा जीवन। वो किवें होवेगा? गुरु दे राही, कि गुरु दे शब्द राही संतोख धारण कर अते तृष्णा दे पंजे विचों निकल के फिर मालिक दे प्रेम विच प्यार दे नाल जुड़ के सिफत सलाह करनी कर। जो दिसै सो चलसी कूड़ा मोह ना वेख। पातशाह जी आखन लगे कि इस नाशवंत मोह नूं ना वेख, जिहड़ा चलण वाला खत्म होने वाला है। अते ये तां जो कुछ दिस रहा है, जो दिसै सो चलसी, ये सारा नाश होने वाला है। जो भी अखां दे नाल दिसदा है ना, वो सब कुछ खत्म होने वाला है। खत्म होएगा ही होएगा, भावें वो सूरज ही क्यों ना होवे, भावें वो धरती क्यों ना होए। एक ना एक दिन ये बिनसने ही बिनसने हैं। भावें कोई अरबां सालां दी गल होए जां अरब साल, कई अरब साल जिहड़े वो पहलां ये धरती होंद विच आई है, ते ये जे होंद विच आ सकदी है ते ये बिनसेगी। इसे करके पातशाह जी आख रहे ने कि इस चीज नूं ना देख कदे भी, बहुती दूर दी ना गल कर, तेरी अपनी जिंदगी किते किन्नी गिणती दे सवास ने तेरे को। बहुत घट समय वास्ते तेरा जिहड़ा शरीर है वो चंगी तरह चलदा फिरदा है। तेरा जिहड़ी तेरी बुद्धि है वो बहुत घट समय वास्ते ज़्यादा ज्ञान हासिल करती है, पर जदों उम्र बीत जाती है शरीर भी साथ छड्ड जाता है, अखां भी साथ छड्ड जांदियां ने, गोडे भी छड्ड जाते हैं ते बुद्धि भी साथ छड्ड जाती है। इस करके पातशाह जी भावें गल ते बहुत वड्डी कर रहे, पर आपां आम तौर ते अपने ते समझ के करिए कि ना ते साडा घर बार इत्थे टिकण वाला है, ना असीं इत्थे पक्के तौर ते टिकण वाले, पता नहीं कदों की हो जाना। आ देखो ना किवें हड़ां दी मार ने जिहड़ा है, कईयां ने बड़े बड़े वड्डे सुपने सजाए होणगे, पर की होया एक पल दे विच ही है जिहड़ा सब कुछ जिहड़ा है वो जांदा लग्गिया। कहन तो भाव कि जो दिसन वाला है वो नाश होने वाला है। इस करके कूड़ा मोह ना वेख कि इत्थे जो कुछ भी दिस रहा है सब नाशवंत है, सब झूठ ही है। वाट वटाऊ आया नित चलदा साथ देख। पातशाह जी आखन लगे वाट तो भाव रस्ता ते वटाऊ राही, मुसाफिर वो रस्ते ते चलन वाला। कि वाट वटाऊ आया कि जीव इत्थे रस्ते दा मुसाफिर बन के आया, अते ये सारा साथ नित चलन वाला समझ कि जिहड़े तेरे आस पास वाले हैं साथ वाले ने वो सारे चल रहे ने। किसी दी किते मंजिल खत्म हो जानी है, किते किसी दी किते मंजिल खत्म हो जानी है। इस करके सारे चलदा साथ देख के सारे चल रहे ने। अपनी इंज कह ली कि शरीरक अंत वाल भी जा रहे ने सारे, कितने भी हैं। किसी दी किसी समय किते मंजिल है, किसी दी किते मंजिल है। कि सहजे है कि जिन्ने दुनियावी तौर पर समझिए कि जिसनों जिन्ने किलोमीटर मिले होण वो उन्ने कदम चलेगा, वाते नहीं चल सकता, उहदी मंजिल ही उत्थों तक है। इस तरह फिर जीव नूं जिन्ने सवास मिले ने, जिथों तक चलना है उहदे सवास उत्थों तक ही नहीं। भाव गिनती मुकरर है कि इन्ना समय जीवेगा तो वध नहीं। इस करके पातशाह जी आख रहे ने कि चलदा साथ दे, कि ये जिहड़ा सारा साथ है जां ये दुनियाई है सारी चल रही है ते चलदी देख आई जा रहे ने ते जाई जा रहे हैं। आखण आखें कितड़े गुर बिन बूझ न होए।
ਆਖਣ ਲੱਗੇ ਆਖਣ ਆਖੇ ਕੇਤੜੇ। ਆਖਣ ਨੂੰ ਤੇ ਬਹੁਤ ਜੀਵ ਆਖਦੇ ਆ, ਬਹੁਤ ਕੁਝ ਕਹਿ ਰਹੇ ਹਨ, ਬਹੁਤ ਦੱਸ ਦਿੰਦੇ ਹਨ ਕਿ ਮਾਇਆ ਦੀ ਤ੍ਰਿਸ਼ਨਾ ਤੋਂ, ਵਿਕਾਰਾਂ ਤੋਂ ਐਵੇਂ ਬਚੀਦਾ। ਦੱਸਣ ਨੂੰ ਤਾਂ ਬੜੇ ਜਣੇ ਦੱਸਦੇ ਨੇ, ਪਰ ਗੁਰ ਬਿਨ ਬੂਝ ਨਾ ਹੋਏ। ਗੁਰੂ ਤੋਂ ਬਿਨਾ ਫਿਰ ਇਹ ਸਮਝ ਪੈਂਦੀ ਨਹੀਂ ਹੈ। ਗੁਰੂ ਤੋਂ ਬਿਨਾ ਇਹ ਤਰੀਕਾ, ਇਹ ਢੰਗ, ਇਹ ਸਮਝ ਹੈ ਜਿਹੜੀ ਉਹ ਨਹੀਂ ਮਿਲਦੀ ਹੈ। ਨਾਮ ਵਡਾਈ ਜੇ ਮਿਲੈ, ਸੱਚ ਰਪੈ ਪਤ ਹੋਏ। ਪਾਤਸ਼ਾਹ ਜੀ ਆਖਣ ਲੱਗੇ ਕਿ ਗੁਰੂ ਦੀ ਸ਼ਰਨ ਪੈ ਕੇ ਜੇ ਮਾਲਕ ਪਰਮੇਸ਼ਰ ਦਾ ਨਾਮ ਮਿਲ ਜਾਏ, ਉਹਦੇ ਚਰਨਾਂ ਨਾਲ ਜੁੜ ਲਿਆ ਜਾਏ, ਤਾਂ ਪਰਮਾਤਮਾ ਦੀ ਸਿਫਤ ਸਲਾਹ ਮਿਲ ਜਾਏ, ਮਨੁੱਖ ਦਾ ਮਨ ਫਿਰ ਸੱਚੇ ਪ੍ਰਭੂ ਦੇ ਪਿਆਰ ਵਿੱਚ ਰੰਗਿਆ ਜਾਏ, ਤਾਂ ਹੀ ਉਸ ਨੂੰ ਜਿਹੜਾ ਹੈ ਉਹ ਇੱਜ਼ਤ ਮਿਲਦੀ ਹੈ। ਮਾਲਕ ਦੇ ਦਰ ਦੇ ਉੱਤੇ ਜਿਹੜਾ ਹੈ ਉਹ ਇੱਜ਼ਤ ਸੱਚ ਰਪੈ ਪਤ ਹੋਏ, ਫਿਰ ਉਹਨੂੰ ਮਾਣ ਇੱਜ਼ਤ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ। ਜੋ ਤੁਧ ਪਾਵਹਿ ਸੇ ਭਲੇ, ਖੋਟਾ ਖਰਾ ਨ ਕੋਏ। ਪਾਤਸ਼ਾਹ ਜੀ ਆਖਣ ਲੱਗੇ, ਪਰ हे ਪ੍ਰਭੂ ਜੀ, ਆਪਣੇ ਉਦਮ ਨਾਲ ਕੋਈ ਜੀਵ ਨਾ ਖਰਾ ਬਣ ਸਕਦਾ ਹੈ, ਨਾ ਖੋਟਾ ਰਹਿ ਜਾਂਦਾ ਹੈ। ਜਿਹੜੇ ਤੈਨੂੰ ਪਿਆਰੇ ਲੱਗਦੇ ਹਨ ਉਹੀ ਜਿਹੜੇ ਹਨ ਭਲੇ ਹਨ, ਕਿ ਜੋ ਤੁਧ ਭਾਵੇਂ ਸੇ ਭਲੇ। ਉਹੀ ਭਲੇ ਨੇ ਜੋ ਤੈਨੂੰ ਚੰਗੇ ਲੱਗਦੇ ਨੇ। ਆਪਣੇ ਉਦਮ ਦੇ ਨਾਲ ਕੋਈ ਨਾ ਖੋਟਾ ਹੈ ਅਤੇ ਨਾ ਹੀ ਨਾ ਖਰਾ ਹੈ, ਕਿ ਆਪਣੇ ਉਦਮ ਨਾਲ ਕੋਈ ਮਨੁੱਖ ਕੁਝ ਮਰਜ਼ੀ ਕਰੀ ਜਾਏ, ਜਪ ਕਰੀ ਜਾਏ, ਤਪ ਕਰੀ ਜਾਏ, ਬਾਹਰੀ ਤੌਰ ਤੇ ਜੋ ਮਰਜ਼ੀ ਕਰੀ ਜਾਏ, ਪਰ ਜੋ ਮਾਲਕ ਨੂੰ ਭਾਉਂਦਾ ਹੈ ਉਹੀ ਚੰਗਾ ਹੈ। ਗੁਰ ਸ਼ਰਨਾਈ ਛੁੱਟੀਐ, ਮਨ ਮੁਖ ਖੋਟੀ ਰਾਸ। ਪਾਤਸ਼ਾਹ ਜੀ ਆਖਦੇ ਗੁਰ ਸ਼ਰਨਾਈ ਛੁੱਟੀ ਹੈ। ਗੁਰੂ ਦੀ ਸ਼ਰਨ ਪੈ ਕੇ ਹੀ ਤ੍ਰਿਸ਼ਨਾ ਦੇ ਪੰਜੇ, ਵਿਕਾਰਾਂ ਦੇ ਪੰਜੇ ਵਿੱਚੋਂ ਖਲਾਸੀ ਹੋ ਸਕਦੀ ਹੈ। ਛੁੱਟਿਆ ਜਾ ਸਕਦਾ ਹੈ ਮਾਇਆ ਦੇ ਬੂਹ ਵਿੱਚੋਂ, ਵਿਕਾਰਾਂ ਦੇ ਵਿੱਚੋਂ। ਮਨਮੁਖ ਖੋਟੀ ਰਾਸ, ਆਪਣੇ ਮਨ ਪਿੱਛੇ ਤੁਰਨ ਵਾਲਾ ਮਨੁੱਖ ਖੋਟੀ ਪੂੰਜੀ ਜੋੜਦਾ ਹੈ, ਜਿਹੜੀ ਨਾਲ ਨਿਭਣ ਵਾਲੀ ਨਹੀਂ, ਜਿਹੜੀ ਨਾਲ ਚੱਲਣ ਵਾਲੀ ਨਹੀਂ ਹੈ। ਬਸ ਉਹ ਇੱਥੇ ਵਿਕਾਰਾਂ ਦਾ ਹੀ ਧਨ ਜੋੜਦਾ ਹੈ, ਜੋ ਸਾਥ ਨਹੀਂ ਨਿਭਦਾ ਹੈ। ਅਸ਼ਟ ਧਾਤ ਪਾਤਸ਼ਾਹ ਕੀ, ਘੜੀਐ ਸ਼ਬਦ ਵਿਗਾਸ। ਅਸ਼ਟ ਧਾਤ, ਇੱਥੇ ਸਤਿਗੁਰੂ ਜੀ ਨੇ ਸ਼ਬਦ ਜਿਹੜਾ ਵਰਤਿਆ ਹੈ ਅਸ਼ਟ ਧਾਤ, 8 ਧਾਤ, ਕਿ 8 ਧਾਤਾਂ ਦਾ ਪੁਰਾਤਨ ਵਿਦਵਾਨਾਂ ਦੇ ਵੱਲੋਂ ਇੱਕ ਵਿਚਾਰ ਹੈ ਕਿ 8 ਧਾਤਾਂ ਦਾ ਇਹ ਸਰੀਰ ਬਣਿਆ ਹੋਇਆ ਹੈ, ਅਤੇ 8 ਧਾਤਾਂ ਵੱਖ-ਵੱਖ ਵਿਦਵਾਨਾਂ ਨੇ ਵੱਖ-ਵੱਖ ਮੰਨੀਆਂ ਨੇ। ਉਹਦੇ ਵਿੱਚ ਚਰਬੀ ਹੈ, ਰਸ ਹੈ, ਇਤਿਆਦਿਕ ਨਾੜਾਂ ਨੇ, ਹੱਡੀਆਂ ਨੇ, ਇਤਿਆਦਿਕ, ਇਹ 8 ਮੰਨੀਆਂ ਨੇ। ਗੁਰਬਾਣੀ ਵਿੱਚ ਜਿਹੜਾ ਹੈ ਇਸ ਦਾ ਜ਼ਿਕਰ ਹੈ, ਅਤੇ ਗੁਰਬਾਣੀ ਦੇ ਵਿੱਚ 4 ਵਰਨ ਅਤੇ 4 ਮਜਮਾਂ ਨੂੰ ਜਿਹੜਾ ਹੈ ਉਹ ਅਸ਼ਟ ਧਾਤ ਵੀ ਆਖਿਆ ਗਿਆ ਹੈ। ਇਸੇ ਤਰ੍ਹਾਂ ਪਾਤਸ਼ਾਹ ਜੀ ਨੇ ਜਿਹੜਾ ਹੈ ਉਹ ਇੱਥੇ ਰਹਿਮਤ ਕੀਤੀ ਹੈ ਕਿ ਪਰਮਾਤਮਾ ਦੀ ਰਚੀ ਹੋਈ ਇਹ 8 ਧਾਤਾਂ ਵਾਲੀ ਮਨੁੱਖੀ ਕਾਇਆ, ਮਨੁੱਖੀ ਸਰੀਰ ਹੈ, ਮਨੁੱਖੀ ਦੇਹੀ, ਜੇ ਗੁਰੂ ਦੇ ਸ਼ਬਦ ਦੀ ਟਕਸਾਲ ਵਿੱਚ ਘੜੀ ਜਾਏ, ਸੁਚੱਜੀ ਬਣਾਈ ਜਾਏ, ਤਾਂ ਹੀ ਇਹ ਖਿੜਦੀ ਹੈ, ਭਾਵ ਆਤਮਿਕ ਹੁਲਾਰੇ ਵਿੱਚ ਆਉਂਦੀ ਹੈ। ਕਹਿਣ ਤੋਂ ਭਾਵ ਹੈ ਕਿ ਗੁਰੂ ਦੇ ਸ਼ਬਦ ਅਨੁਸਾਰੀ। ਪਾਤਸ਼ਾਹ ਜੀ ਆਖ ਰਹੇ ਨੇ ਕਿ ਪਾਤਸ਼ਾਹ ਕੀ ਘੜੀ ਹੈ ਸ਼ਬਦ ਵਿਗਾਸ, ਜੇ ਗੁਰੂ ਦੀ ਟਕਸਾਲ, ਭਾਵ ਗੁਰੂ ਦੀ ਦੇਖ ਰੇਖ ਦੇ ਹੇਠ ਅੰਦਰ ਇਸ ਦੇਹੀ ਦੀ ਘਾੜਤ ਘੜੀ ਜਾਏ, ਤਾਂ ਆਤਮਿਕ ਹੁਲਾਰਾ ਜੀਵਨ ਦੇ ਵਿੱਚ ਬਣਦਾ ਹੈ, ਤਾਂ ਹੀ ਆਤਮਿਕ ਆਨੰਦ ਜਿਹੜਾ ਹੈ ਉਹ ਜੀਵਨ ਵਿੱਚ ਬਣਦਾ ਹੈ। ਆਪੇ ਪਰਖੇ ਪਾਰਖੂ,
ਪਵੈ ਖਜ਼ਾਨੇ ਰਾਸ। ਪਾਰਖੂ ਮਾਲਕ ਪਰਮੇਸ਼ਰ ਕੀ ਪਰਖਣ ਵਾਲਾ ਮਾਲਕ ਆਪ ਹੀ ਇਸ ਦੀ ਘਾਲ ਕਮਾਈ ਨੂੰ ਫਿਰ ਪਰਖ ਲੈਂਦਾ ਹੈ। ਇਸ ਦਾ ਆਤਮਿਕ ਗੁਣਾਂ ਦਾ ਸਰਮਾਇਆ ਉਸ ਦੇ ਖਜ਼ਾਨੇ ਵਿੱਚ ਫਿਰ ਕਬੂਲ ਪੈਂਦਾ ਹੈ। ਕਿ ਪਰਖਣ ਵਾਲਾ ਤੇ ਮਾਲਕ ਹੀ ਹੈ ਨਾ। ਕਰਮੀ ਆਪੋ ਆਪਣੀ ਕਿ ਨੇੜਾ ਹੈ ਕਿ ਦੂਰ। ਜੇ ਉਹ ਪਰਖ ਕਰਦਾ ਹੈ ਤੇ ਤਾਂ ਹੀ ਕੋਈ ਮਨੁੱਖ ਨੇੜੇ ਹੁੰਦਾ, ਕੋਈ ਦੂਰ ਹੁੰਦਾ। ਇਸੇ ਤਰ੍ਹਾਂ ਕਿ ਫਿਰ ਉਹ ਮਨੁੱਖ ਦੀ ਘਾਲ ਕਮਾਈ ਨੂੰ ਜਿਹੜੀ ਉਹ ਕਰਦਾ ਹੈ, ਉਹਨੂੰ ਪਰਖਦਾ ਹੈ ਕਿ ਕਿਤਨਾ ਕਿ ਇਹਨੇ ਲਾਭ ਇਕੱਠਾ ਕੀਤਾ ਹੈ, ਕਿਤਨੇ ਕਹਾਣੀ ਭਾਵ ਕਿੰਨੇ ਚੰਗੇ ਕਰਮ ਕੀਤੇ ਨੇ, ਕਿੰਨੇ ਮਾੜੇ। ਉਸੇ ਤਰੀਕੇ ਦੇ ਨਾਲ ਫਿਰ ਜਿਹੜੀ ਰਾਸ ਹੈ, ਪੂੰਜੀ ਹੈ, ਉਹਦੇ ਖਜ਼ਾਨੇ ਦੇ ਵਿੱਚ ਕਬੂਲ ਹੁੰਦੀ ਹੈ। ਤੇਰੀ ਕੀਮਤ ਨਾ ਪਵੈ ਸਭ ਡਿਠੇ ਠੋਕ ਵਜਾਏ। ਪਾਤਸ਼ਾਹ ਜੀ ਆਖਣ ਲੱਗੇ ਕਿ हे ਪ੍ਰਭੂ, ਮੈਂ ਸਾਰੀ ਸ੍ਰਿਸ਼ਟੀ ਚੰਗੀ ਤਰ੍ਹਾਂ ਪਰਖ ਕੇ ਵੇਖ ਲਈ ਹੈ। ਜਿਹਨੂੰ ਕਹਿੰਦੇ ਕਿ ਆਪਾਂ ਕਈ ਵਾਰੀ ਕੋਈ ਵੀ ਵਸਤੂ ਲੈਣ ਜਾਈਏ, ਕੋਈ ਹਾਰਡ ਜਿਹੜੀ ਚੀਜ਼ ਹੈ, ਆਪਾਂ ਚੰਗੀ ਤਰ੍ਹਾਂ ਦੇਖਦੇ ਹਾਂ ਕਿ ਚੰਗੀ ਤਰ੍ਹਾਂ ਠੋਕ ਵਜਾ ਕੇ ਚੈੱਕ ਕਰ ਲਓ ਕਿ ਪਰਖ ਕੇ, ਕਹਿੰਦਾ ਪਾਓ ਪਰਖ ਕਰਨੀ, ਚੰਗੀ ਤਰ੍ਹਾਂ ਪਰਖ ਕਰ ਲੈ ਕਿ ਸਭ ਡਿੱਠੀ, ਕਿ ਸਾਰੀ ਸ੍ਰਿਸ਼ਟੀ ਚੰਗੀ ਤਰ੍ਹਾਂ ਪਰਖ ਕੇ ਵੇਖ ਲਈ ਹੈ ਅਤੇ ਮੈਨੂੰ ਤੇਰੇ ਬਰਾਬਰ ਦਾ ਕੋਈ ਨਹੀਂ ਦੱਸਿਆ। ਕੋਈ ਤੇਰੇ ਬਰਾਬਰ ਦਾ ਜਿਹੜਾ ਹੈ ਇਹ ਤੇਰੀ ਕੀਮਤ ਨਾ ਪਵੇ, ਭਾਵ ਤੇਰੇ ਬਰਾਬਰ ਦਾ ਕੋਈ ਨਹੀਂ ਹੈ ਅਤੇ ਜਿਹੜਾ ਮੈਨੂੰ ਮਾਇਆ ਦੇ ਪੰਜੇ ਵਿੱਚੋਂ ਬਚਾ ਸਕੇ। ਭਾਵ ਤੂੰ ਅਮੋਲਕ ਹੈ ਅਤੇ ਤੇਰੇ ਬਰਾਬਰ ਦਾ ਮੈਨੂੰ ਕੋਈ ਵੀ ਨਹੀਂ ਦੱਸਿਆ ਹੈ। ਕਹਿਣੇ ਹਾਥ ਨ ਲੱਭੋਈ ਸੱਚ ਟਿਕੈ ਪਤ ਪਾਏ। ਪਾਤਸ਼ਾਹ ਜੀ ਆਖਣ ਲੱਗੇ ਕਿ हे ਮਾਲਕ ਜੀ, ਬਿਆਨ ਕਰਨ ਨਾਲ ਤੇਰੇ ਗੁਣਾਂ ਦੀ ਥਾਂ ਨਹੀਂ ਪਾਈ ਜਾ ਸਕਦੀ। ਕਿ ਕੋਈ ਕਹਿਣ ਦੇ ਨਾਲ, ਕਹਿਣੇ ਹਾਥ ਨਾ ਲੱਭੇ, ਕਿ ਕਹਿਣ ਦੇ ਨਾਲ ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਅਤੇ ਸੱਚ ਟਿਕੈ ਪਤ ਪਾਏ, ਕਿ ਜਿਹੜਾ ਜੀਵ हे ਮਾਲਕ ਤੇਰੇ ਸੱਚੇ ਸਰੂਪ ਵਿੱਚ ਟਿਕਦਾ ਹੈ, ਉਸ ਨੂੰ ਹੀ ਫਿਰ ਇੱਜ਼ਤ ਮਿਲਦੀ ਹੈ, ਉਸ ਨੂੰ ਹੀ ਮਾਣ ਪ੍ਰਾਪਤ ਹੁੰਦਾ ਹੈ। ਗੁਰਮਤਿ ਤੂੰ ਸਲਾਹਣਾ ਹੋਰ ਕੀਮਤ ਕਹਿਨ ਨ ਜਾਏ। ਗੁਰਮਤਿ, ਗੁਰੂ ਦੀ ਮੱਤ ਰਾਹੀਂ, ਗੁਰੂ ਦੀ ਮੱਤ ਲੈ ਕੇ ਹੀ, ਗੁਰੂ ਦੀ ਮੱਤ ਨਾਲ ਹੀ ਤੇਰੀ ਸਿਫਤ ਸਲਾਹ ਜਿਹੜੀ ਉਹ ਕੀਤੀ ਜਾ ਸਕਦੀ ਹੈ। ਗੁਰਮਤਿ ਤੂੰ ਸਲਾਹਣਾ ਅਤੇ ਹੋਰ ਕੀਮਤ ਕਹਿ ਨਾ ਜਾਏ, ਪਰ ਤੇਰੇ ਬਰਾਬਰ ਦਾ ਲੱਭਣ ਵਾਸਤੇ ਕੋਈ ਬੋਲ ਜਿਹੜਾ ਹੈ ਉਹ ਬੋਲਿਆ ਨਹੀਂ ਜਾ ਸਕਦਾ। ਕਿ ਕੋਈ ਹੋਰ ਆਖੇ ਕਿ ਤੇਰੇ ਬਰਾਬਰ ਦਾ ਅਸੀਂ ਕੋਈ ਲੱਭ ਲਈਏ, ਉਹਦੇ ਵਾਸਤੇ ਕੁਝ ਹੋਰ ਬੋਲ ਹੋਣਗੇ, ਤੇ ਐਸਾ ਕੋਈ ਬੋਲ ਨਹੀਂ ਹੈ, ਐਸੀ ਕੋਈ ਜ਼ੁਬਾਨ ਨਹੀਂ ਹੈ, ਐਸਾ ਕੋਈ ਧਨ ਨਹੀਂ ਹੈ ਜਿਹੜਾ ਤੇਰੇ ਬਰਾਬਰ ਦਾ ਹੋਰ ਕੋਈ ਪੈਦਾ ਕਰ ਸਕੇ ਜਾਂ ਲੱਭਿਆ ਜਾ ਸਕੇ। ਹੋਰ ਕੀਮਤ ਕਹਿਣ ਨਾ ਜਾਏ। ਜਿਤ ਤਨ ਨਾਮ ਨ ਭਾਵਈ ਤਿਤ ਤਨ ਹਉਮੈ ਵਾਦ। ਵਾਦ ਦਾ ਅਰਥ ਕੀ ਹੈ ਜੀ? ਵਾਵੇ ਨੂੰ ਕੰਨਾ ਦੱਦਾ, ਹਾਂਜੀ, ਝਗੜਾ, ਠੀਕ ਹੈ। ਪਾਤਸ਼ਾਹ ਜੀ ਆਖਣ ਲੱਗੇ ਜਿਤ ਤਨ ਨਾਮ ਨਾ ਭਾਵੇ, ਜਿਸ ਸਰੀਰ ਵਿੱਚ ਨਾਮ ਨਾ ਭਾਵਈ, ਨਾਮ ਜਿਹੜਾ ਹੈ ਮਾਲਕ ਦਾ ਉਹ ਚੰਗਾ ਨਹੀਂ ਲੱਗਦਾ, ਪਿਆਰਾ ਨਹੀਂ ਲੱਗਦਾ। ਤਿਤ ਤਨ, ਉਸ ਤਨ ਵਿੱਚ
फिर हौमै वाद, हौमै वधदी है ਅਤੇ ਤ੍ਰਿਸ਼ਨਾ ਦਾ ਬਖੇੜਾ ਜਿਹੜਾ ਉਹ ਵਧਿਆ ਰਹਿੰਦਾ। ਭਾਵ ਹਉਮੈ ਦਾ ਝਗੜਾ ਜਿਹੜਾ ਪਿਆ ਹੀ ਰਹਿੰਦਾ ਹੈ। ਉਹ ਵਿਕਾਰੀ ਜਿਹੜਾ ਜੀਵਨ ਹੈ ਹਮੇਸ਼ਾ ਉਲਝਦਾ ਹੀ ਰਹਿੰਦਾ ਹੈ। ਗੁਰ ਬਿਨ ਗਿਆਨ ਨ ਪਾਈਐ, ਵਿਖਿਆ ਦੂਜਾ ਸਾਧ। ਗੁਰ ਬਿਨ, ਗੁਰੂ ਤੋਂ ਬਿਨਾ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਭਾਵ ਮਾਲਕ ਦੇ ਨਾਲ ਜਾਣ ਪਛਾਣ ਨਹੀਂ ਹੋ ਸਕਦੀ, ਉਸ ਮਾਲਕ ਦੇ ਬਾਰੇ ਸੂਝ ਜਿਹੜੀ ਹੈ ਪ੍ਰਾਪਤ ਨਹੀਂ ਹੋ ਸਕਦੀ। ਵਿਖਿਆ ਦੂਜਾ ਸਾਧ, ਮਾਇਆ ਦਾ ਪ੍ਰਭਾਵ ਜਿਹੜਾ ਹੈ ਪੈ ਕੇ ਪ੍ਰਮਾਤਮਾ ਤੋਂ ਬਿਨਾ ਹੋਰ ਪਾਸੇ ਦਾ ਸਵਾਦ ਮਨ ਵਿੱਚ ਫਿਰ ਉਪਜਦਾ ਹੈ ਕਿ ਜੇਕਰ ਗੁਰੂ ਦੀ ਸ਼ਰਨ ਨਾ ਪਿਆ ਜਾਏ, ਗੁਰੂ ਤੋਂ ਸੋਝੀ ਨਾ ਪ੍ਰਾਪਤ ਕੀਤੀ ਜਾਏ ਤਾਂ ਮਨ ਅਤੇ ਸਾਡਾ ਜੀਵਨ ਹੈ ਉਹ ਫਿਰ ਵਿਅਰਥ ਦੀਆਂ ਗੱਲਾਂ ਦੇ ਵਿੱਚ, ਵਿਅਰਥ ਦੀਆਂ ਕਹਾਣੀਆਂ ਵਿੱਚ, ਵਿਅਰਥ ਦੇ ਪਦਾਰਥਾਂ ਵਿੱਚ, ਵਿਕਾਰਾਂ ਵਿੱਚ ਪੈ ਕੇ ਫਿਰ ਉਲਝਦਾ ਰਹਿੰਦਾ ਹਮੇਸ਼ਾ ਕਿ ਫਲਾਣੇ ਨੇ ਆਹ ਗੱਲ ਕਹੀ ਸੀ, ਇੱਦਾਂ ਕਰਨ ਨਾਲ ਆਹ ਹੋ ਜਾਂਦਾ ਹੈ, ਫਲਾਣੇ ਨੇ ਆਹ ਆਖਿਆ ਸੀ, ਇੱਦਾਂ ਕਰਨ ਨਾਲ ਆਹ ਹੋ ਜਾਂਦਾ ਹੈ। ਕੀ ਹੁੰਦਾ ਹੈ ਕਿ ਮਨੁੱਖ ਉਲਝਦਾ ਹੀ ਰਹਿੰਦਾ ਹੈ ਹਮੇਸ਼ਾ ਹੀ ਇਸੇ ਦੇ ਵਿਖਿਆ ਦੂਜਾ ਸਾਧ, ਹੋਰ ਸਵਾਦ ਭਾਵ ਕਿਸੇ ਹੋਰ ਦੇ ਨਾਲ ਜਿਹੜਾ ਪ੍ਰੇਮ ਉਹ ਇਸ ਮਨ ਦਾ ਤਨ ਦਾ ਬਣ ਜਾਂਦਾ ਹੈ। ਜਿੰਨਾ ਚਿਰ ਗੁਰੂ ਦੇ ਸ਼ਬਦ ਦੀ ਸੁਝੀ ਨਾ ਹੋਏ ਉਹਨਾਂ ਸਮਾਂ ਮਾਲਕ ਦੇ ਨਾਲ ਇਹ ਮਨ ਹੈ ਇਹ ਦੇਹੀ ਜੁੜ ਨਹੀਂ ਸਕਦੇ। ਬਿਨ ਗੁਣ ਕਾਮ ਨ ਆਵਈ, ਮਾਇਆ ਫੀਕਾ ਸਾਧ। ਆਤਮਕ ਗੁਣਾ ਤੋਂ ਬਿਨਾ, ਬਿਨ ਗੁਣ ਕਾਮ ਨ ਆਵਈ, ਆਤਮਕ ਗੁਣਾ ਤੋਂ ਬਿਨਾ, ਆਤਮਕ ਗੁਣਾ ਤੋਂ ਵਾਂਝੇ ਰਹਿ ਕੇ ਇਹ ਮਨੁੱਖਾ ਸਰੀਰ ਵਿਅਰਥ ਹੀ ਜਾਂਦਾ ਹੈ, ਵਿਅਰਥ ਹੀ ਹੈ, ਇਹਦਾ ਕੋਈ ਭਾਵ ਨਹੀਂ ਹੈ। ਕਿ ਆਮ ਅਸੀਂ ਸੰਸਾਰ ਵਿੱਚ ਵੇਖ ਲਈਏ ਜਿਹੜਾ ਕੋਈ ਬਹੁਤ ਜ਼ਿਆਦਾ ਵਿਕਾਰੀ ਮਨੁੱਖ ਹੁੰਦਾ ਹੈ ਕਿ ਭਾਵੇਂ ਹੈ ਤੇ ਅਸੀਂ ਵੀ ਸਾਰੇ ਵਿਕਾਰੀ, ਵਿਕਾਰਾਂ ਦੇ ਅਧੀਨ ਜਿਉਂਦੇ ਆਪਣਾ ਜੀਵਨ, ਪਰ ਜਿਹੜਾ ਬਹੁਤ ਜ਼ਿਆਦਾ ਹੱਥ ਲੰਘਿਆ ਹੋਇਆ ਅਸੀਂ ਆਖਦੇ ਕਿ ਕਿੱਡਾ ਮਾੜਾ ਇਹਦਾ ਜੀਵਨ, ਕਿੱਡੇ ਮਾੜੇ ਕਰਮ ਕਰਦਾ। ਭਾਵ ਅਸੀਂ ਆਖਦੇ ਕਿ ਇਹਦਾ ਜੀਵਨ ਥੋੜਾ ਕੋਈ, ਇਹ ਤੇ ਬਸ ਐਵੇਂ ਜਿਉ ਰਿਹਾ, ਇਹ ਤੇ ਗਲਤ ਕੰਮ ਹੀ ਕਰਦਾ ਰਹਿੰਦਾ ਹਮੇਸ਼ਾ। ਭਾਵੇਂ ਕਿ ਹੈ ਸਾਡੇ ਵਿੱਚ ਵੀ ਨੇ, ਪਰ ਕਈ ਵਾਰ ਜਿਹੜਾ ਬਹੁਤ ਜ਼ਿਆਦਾ ਵਿਕਾਰੀ ਹੋਏ ਸੀ ਇਹ ਤੇ ਬਸ ਐਵੇਂ ਹੀ ਹੈ, ਵਿਅਰਥ ਦੇ ਕੰਮ ਹੀ ਕਰਦਾ ਜਿਨ੍ਹਾਂ ਦਾ ਕੋਈ ਲਾਭ ਨਹੀਂ। ਇਸੇ ਕਰਕੇ ਬਿਨ ਗੁਣ ਕਾਮ ਨ ਆਵਈ, ਮਾਇਆ ਫੀਕਾ ਸਾਧ, ਕਿ ਇਹ ਜਿਹੜਾ ਬਿਨਾ ਆਤਮਿਕ ਗੁਣਾ ਤੋਂ ਬਿਨਾ ਸਰੀਰ ਹੈ ਜਿਹੜਾ ਇਹ ਵਿਅਰਥ ਹੀ ਜਾਂਦਾ, ਇਹ ਕਿਸੇ ਕੰਮ ਨਹੀਂ ਆਉਂਦਾ। ਜਿਵੇਂ ਪਾਤਸ਼ਾਹ ਜੀ ਰਹਿਮਤ ਕਰਦੇ ਹਨ ਨਾ, ਨਰੂ ਮਰੈ ਨਰ ਕਾਮ ਨ ਆਵੈ, ਪਸ਼ੂ ਮਰੈ 10 ਕਾਜ ਸਵਾਰ। ਕਿ ਜੇ ਅੰਦਰੋਂ ਗੁਣ ਖਤਮ ਹੋ ਜਾਣ, ਅੰਦਰੋਂ ਬੰਦਾ ਖਤਮ ਹੋ ਜਾਏ ਤੇ ਫਿਰ ਇਹ ਸਰੀਰ ਪਸ਼ੂ ਦੇ ਸਮਾਨ ਹੈ, ਭਾਵ ਪਸ਼ੂ ਬੁੱਧੀ ਦੇ ਸਮਾਨ ਹੈ। ਤੇ ਜੇ ਅੰਦਰੋਂ ਬੰਦਾ ਮਰ ਜਾਏ ਤੇ ਫਿਰ ਇਹ ਜਿਹੜਾ ਹੈ ਪਸ਼ੂ ਦੀ ਤਰ੍ਹਾਂ, ਭਾਵ ਕਿ ਫਿਰ ਇਹ ਵਰਤਾਵ ਕਰਦਾ ਹੈ। ਅਤੇ ਅੰਤ ਨੂੰ ਮਾਇਆ ਵਾਲਾ ਸਵਾਦ ਫਿਰ ਬੇਰਸਾ ਹੋ ਜਾਂਦਾ ਹੈ ਕਿ ਮਾਇਆ ਕਿਸੇ ਕੰਮ ਤਾਂ ਨਹੀਂ ਆਉਂਦੀ, ਭਾਵੇਂ ਕੈਸਾ ਵੀ ਉਹ ਆਤਮਿਕ ਆਨੰਦ ਤਾਂ ਨਹੀਂ ਦੇ ਸਕਦੀ। ਬੜੇ ਧਨੀ ਲੋਕ ਅਸੀਂ ਦੇਖਦੇ ਹਾਂ ਕਿ ਭਾਵੇਂ ਸਰੀਰਕ ਦੁੱਖ ਸਭ ਤੇ ਆਉਂਦਾ ਹੈ, ਪਰ ਸਰੀਰਕ ਦੁੱਖ ਨੂੰ ਪੈਸਾ ਕੱਟ ਨਹੀਂ ਸਕਦਾ, ਧਨ ਕੱਟ ਨਹੀਂ ਸਕਦਾ। ਅਤੇ ਕੱਟਿਆ ਵੀ ਜਾਏ ਪਰ ਅੰਦਰ ਦਾ ਆਨੰਦ, ਅੰਦਰ ਦੀ ਸ਼ਾਂਤੀ, ਅੰਦਰ ਦੀ ਭਟਕਣਾ ਕਦੇ ਡਾਕਟਰ ਤੇ ਧਨ ਪਦਾਰਥ ਖਤਮ ਨਹੀਂ ਕਰ ਸਕਦੇ, ਕਦੇ ਵੀ ਨਹੀਂ ਹੋ ਸਕਦਾ। ਇਹ ਤੇ ਗੁਰੂ ਕੋਲ ਹੀ ਹੈ ਕਿ ਜਿਹੜਾ ਸਾਡੇ ਮਨ ਦੀ ਭਟਕਣਾ ਵੀ ਦੂਰ ਕਰ ਸਕਦਾ ਹੈ ਅਤੇ ਆਤਮਿਕ ਸੁਖ ਵੀ ਦੇ ਸਕਦਾ ਹੈ। ਆਸਾ ਅੰਦਰ ਜੰਮਿਆ, ਆਸਾ ਰਸ ਕਸ ਖਾਏ। ਪਾਤਸ਼ਾਹ ਜੀ ਸਮਝਾਉਣ ਲੱਗੇ ਕਿ ਜਿਹੜਾ ਜੀਵ ਹੈ ਨਾ,
ਆਸਾ ਅੰਦਰ ਜੰਮਿਆ, ਕਿ ਆਸਾ ਭਾਵ ਤ੍ਰਿਸ਼ਨਾ ਦਾ ਵੱਧਾ ਹੋਇਆ ਜਨਮ ਲੈਂਦਾ ਹੈ ਅਤੇ ਜਦ ਤੱਕ ਜਿਉਂਦਾ ਹੈ ਆਸਾ ਦੇ ਪ੍ਰਭਾਵ ਹੇਠ ਹੀ ਮਿੱਠੇ ਕਸੈਲੇ ਆਦਿਕ ਪਦਾਰਥ ਜਿਹੜਾ ਹੈ ਉਹ ਖਾਂਦਾ ਰਹਿੰਦਾ। ਆਸਾ ਰਸ ਕਸ ਖਾਏ, ਕਿ ਤ੍ਰਿਸ਼ਨਾ ਦੇ ਅਧੀਨ ਹੋ ਕੇ ਹੀ ਇਹ ਜਿਹੜਾ ਹੈ ਉਹ ਸਾਰੇ ਕਾਰਜ ਕਰਦਾ ਹੈ, ਖਾਂਦਾ ਵੀ ਹੈ, ਪੀਂਦਾ ਵੀ ਹੈ, ਕਰਮ ਵੀ ਆਸਾ ਦੇ ਅਧੀਨ ਹੋ ਕੇ ਕਰਦਾ ਹੈ। ਕਿ ਜਿਵੇਂ ਕੋਈ ਵੀ ਕਾਰਜ ਹੋਏ ਅਸੀਂ ਮਿੱਥ ਕੇ ਕਰਦੇ ਹਾਂ, ਕਿ ਸਾਡੇ ਮਨ ਦੇ ਵਿੱਚ ਇੱਕ ਆਸ ਹੁੰਦੀ ਹੈ ਕਿ ਜੇ ਅਸੀਂ ਇੰਜ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਸ ਤੋਂ ਆਸ ਹੈ। ਕਿਸਾਨ ਇੱਕ ਫਸਲ ਬੀਜਦਾ ਹੈ, ਉਹ ਆਸ ਕਰਦਾ ਹੈ ਕਿ ਇੰਨੇ ਸਮੇਂ ਤੱਕ ਇਹਨੂੰ ਇੰਨਾ ਪਾਣੀ ਲਾ ਕੇ ਆਹ ਫਸਲ ਬੀਜ ਕੇ ਮੈਂ ਇੱਕ ਆਸ ਰੱਖਦਾ ਹੈ ਕਿ ਇੰਨਾ ਕੁ ਲਾਭ ਹੋਏਗਾ, ਮੇਰੀ ਜ਼ਮੀਨ ਜਿਹੜੀ ਹੈ ਇੰਨੀ ਕੁ ਉਪਜ ਦੇ ਦੇਗੀ ਮੈਨੂੰ। ਕਹਿਣ ਤੋਂ ਭਾਵ ਹਰ ਕੋਈ ਆਸ ਰੱਖਦਾ ਹੈ, ਪਰ ਜਦੋਂ ਇਹ ਆਸ ਤ੍ਰਿਸ਼ਨਾ ਦੇ ਅਧੀਨ ਹੋ ਕੇ ਹੁੰਦੀ ਹੈ ਤੇ ਉਦੋਂ ਫਿਰ ਮਨੁੱਖ ਬਹੁਤ ਸਾਰੇ ਐਸੇ ਕਾਰਜ ਕਰਦਾ ਹੈ, ਭਾਵ ਤ੍ਰਿਸ਼ਨਾ ਦੇ ਅਧੀਨ ਹੋ ਕਰਕੇ ਫਿਰ ਇਹ ਬੁਰੇ ਕਾਰਜ ਵੀ ਕਰਦਾ ਹੈ, ਬੁਰੇ ਭੋਜਨ ਵੀ ਛਕਦਾ ਹੈ ਜਿਹੜੇ ਸਾਡੇ ਸਰੀਰ ਲਈ, ਦੇਹ ਲਈ ਨਹੀਂ ਠੀਕ, ਬੁਰੇ ਕਾਰਜ ਵੀ ਕਰਦਾ ਹੈ ਜਿਹੜੇ ਸਾਡੇ ਸਰੀਰ, ਸਾਡੇ ਸਮਾਜ, ਸਾਡੇ ਪਰਿਵਾਰ ਲਈ ਨਹੀਂ ਚੰਗੇ ਹੁੰਦੇ। ਸਾਰਾ ਕੁਝ ਹੀ ਇਹ ਖਾਂਦਾ ਹੈ ਅਤੇ ਕਰਦਾ ਹੈ। ਆਸਾ ਬੰਦ ਚਲਾਈਐ, ਮੋਹੇ ਮੋਹ ਚੋਟਾਂ ਖਾਏ। ਕਹਿੰਦੇ ਜਦੋਂ ਚਲਾਈ ਹੈ, ਕਿ ਜਦੋਂ ਇਹਦੇ ਸਵਾਸ ਪੂਰੇ ਹੋ ਜਾਂਦੇ ਆ, ਉਮਰ ਪੂਰੀ ਹੋ ਜਾਂਦੀ ਹੈ, ਉਦੋਂ ਫਿਰ ਆਸਾ ਭਾਵ ਤ੍ਰਿਸ਼ਨਾ ਦੇ ਬੰਧਨ ਵਿੱਚ ਬੱਝਾ ਹੋਇਆ ਇੱਥੋਂ ਫਿਰ ਇਹ ਤੋਰਿਆ ਜਾਂਦਾ ਹੈ ਕਿ ਚੱਲ ਪਈ ਹੁਣ ਸਮਾਂ ਹੋ ਗਿਆ ਤੇਰੇ ਸਵਾਸਾਂ ਦਾ। ਕਿ ਜਨਮ ਤੋਂ ਲੈ ਕੇ ਹੀ ਫਿਰ ਆਸਾ ਦੇ ਵਿੱਚ ਤ੍ਰਿਸ਼ਨਾ ਦੇ ਅਧੀਨ ਰਿਹਾ, ਹੁਣ ਜੀਵਨ ਦੇ ਅਖੀਰਲੇ ਸਮੇਂ ਤੱਕ ਤ੍ਰਿਸ਼ਨਾ ਦੇ ਅਧੀਨ ਰਹਿ ਕਰਕੇ ਹੀ ਫਿਰ ਜਦੋਂ ਰਹਿੰਦਾ ਹੈ ਅਤੇ ਆਤਮਿਕ ਦੁੱਖ ਸਹਾਰਦਾ ਰਹਿੰਦਾ ਹੈ ਤੇ ਇਸੇ ਤਰ੍ਹਾਂ ਫਿਰ ਅਖੀਰ ਨੂੰ ਫਿਰ ਤੋਰਿਆ ਜਾਂਦਾ। ਭਾਵ ਸਾਰੀ ਉਮਰ ਵਿੱਚ ਜਿਹੜਾ ਹੈ ਤ੍ਰਿਸ਼ਨਾ ਦੇ ਵਿੱਚ ਫਸਿਆ ਰਹਿਣ ਕਰਕੇ ਮੁੜ ਮੁੜ ਮੂੰਹ ਉੱਤੇ ਫਿਰ ਵਿਕਾਰਾਂ ਦੀਆਂ ਜਿਹੜਾ ਹੈ ਉਹ ਚੋਟਾਂ ਖਾਂਦਾ ਹੈ। ਕਿ ਵਿਕਾਰ ਆਪਣੇ ਜਿਹੜੀਆਂ ਵਿਕਾਰਾਂ ਦੀਆਂ ਚੋਟਾਂ ਜਿਹੜੀਆਂ ਨੇ ਮੋਹੇ ਮੋਹ ਚੋਟਾਂ ਖਾਂਦਾ ਹੈ। ਅਵਗਣ ਬੱਧਾ ਮਾਰੀਐ, ਛੁਟੈ ਗੁਰਮਤਿ ਨਾਏ। ਨਾਮ ਵਿੱਚ ਜੁੜ ਕੇ ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਕਿ ਜਦੋਂ ਫਿਰ ਇਹਦੇ ਵਿਕਾਰਾਂ ਦੀਆਂ ਇਹਦੇ ਮੂੰਹ ਉੱਤੇ ਚੋਟਾਂ ਪੈਂਦੀਆਂ ਨੇ, ਚੋਟਾਂ ਖਾਂਦਾ ਹੈ, ਵਿਕਾਰੀ ਜੀਵਨ ਦੇ ਕਾਰਨ ਆਸਾ ਤ੍ਰਿਸ਼ਨਾ ਦਾ ਬੱਧਾ ਫਿਰ ਮਾਰ ਖਾਂਦਾ ਹੈ ਕਿ ਇਹਨੂੰ ਆਤਮਿਕ ਗੁਣਾਂ ਦੀ ਸੋਝੀ ਨਹੀਂ ਹੁੰਦੀ ਤੇ ਫਿਰ ਆਤਮਿਕ ਦੁੱਖ ਬਹੁਤ ਸਹਾਰਦਾ ਹੈ। ਜੇ ਕੁਝ ਆ ਜਾਂਦਾ ਹੈ ਤੇ ਕੁਝ ਸਮੇਂ ਵਾਸਤੇ ਸੁਖੀ ਹੋ ਜਾਂਦਾ ਹੈ, ਜੇ ਕੁਝ ਚਲਾ ਜਾਂਦਾ ਹੈ ਤੇ ਫਿਰ ਬੜਾ ਦੁੱਖ, ਬੜਾ ਇਹ ਰੋਂਦਾ ਕਰਲਾਉਂਦਾ ਹੈ ਕਿ ਇੰਜ ਨਾ ਹੁੰਦਾ। ਟੈਨਸ਼ਨਾਂ ਦੇ ਵਿੱਚ ਉਹ ਕੀ ਨੇ, ਸਾਰੀਆਂ ਚੋਟਾਂ ਨੇ, ਉਹ ਚੋਟਾਂ ਨੇ ਅਤੇ ਇਸ ਕਰਕੇ ਫਿਰ ਇਹ ਮਾਰ ਖਾਂਦਾ ਇਹਨਾਂ ਔਗਣਾਂ ਦੇ ਕਰਕੇ। ਪਾਤਸ਼ਾਹ ਜੀ ਆਖਣ ਲੱਗੇ ਅਗਾਂਹ ਛੁੱਟੈ ਗੁਰਮਤਿ ਨਾਏ। ਜੇ ਗੁਰੂ ਦੀ ਸਿੱਖਿਆ, ਗੁਰੂ ਦੀ ਮੱਤ, ਗੁਰੂ ਦੀ ਸਿੱਖਿਆ ਲੈ ਕੇ ਮਾਲਕ ਦੇ ਨਾਮ ਵਿੱਚ ਜੁੜੇ ਤਾਂ ਹੀ ਆਸਾ ਤ੍ਰਿਸ਼ਨਾ ਦੇ ਜਾਲ ਵਿੱਚੋਂ ਇਹ ਛੁੱਟ ਸਕਦਾ ਹੈ, ਇਹ ਬਚ ਸਕਦਾ ਹੈ। ਸਰਬੇ ਥਾਈ ਏਕ ਤੂੰ, ਜਿਉ ਪਾਵੈ ਤਿਉ ਰਾਖ। ਜੀਵਾਂ ਦੇ ਵੀ ਕੀ ਵਸ ਹੈ। ਮਾਲਕ ਜੀ ਆਖਣ ਲੱਗੇ हे ਪ੍ਰਭੂ ਸਭ ਜੀਵਾਂ ਵਿੱਚ ਤੂੰ ਆਪ ਹੀ ਵਸਦਾ। ਸਰਬੇ ਥਾਈ ਏਕ ਤੂੰ, ਸਭ ਥਾਵਾਂ ਸਭ ਜੀਵਾਂ ਦੇ ਵਿੱਚ ਤੂੰ ਹੀ ਜਿਹੜਾ ਹੈ ਉਹ ਵਸਦਾ ਹੈ। ਜਿਉਂ ਭਾਵੈ ਤਿਉਂ ਰਾਖ, ਜਿਵੇਂ ਤੇਰੀ ਰਜ਼ਾ ਹੋਵੇ ਤਿਵੇਂ हे ਪ੍ਰਭੂ ਤੂੰ ਆਪ ਹੀ ਜੀਵਾਂ ਨੂੰ ਆਸਾ ਤ੍ਰਿਸ਼ਨਾ ਦੀ ਜਾਲ ਤੋਂ ਬਚਾ। ਕਿ ਜਿਵੇਂ ਤੇਰੀ ਰਜ਼ਾ ਹੈ ਨਾ ਉਵੇਂ ਜੀਵਾਂ ਨੂੰ ਬਚਾਉਣਾ ਕਰ। ਤੇ ਰਜ਼ਾ ਤੇ ਉਹਦੀ ਫਿਰ ਇੱਕੋ ਹੀ ਹੈ, ਹੁਕਮ ਰਜ਼ਾਈ ਚੱਲਣਾ
नानक लिखिया नाल यही ओदी रजा, यही ओदा हुक्म है कि जिहड़ा विकारी जीवन जिउएगा, माया अधीन होएगा, वो दुख भोगेगा। ये ओदा हुक्म है। असी कई बारी ये चीज़ सोचते हैं ना कि कोई मनुख माड़े कर्म करता है जां शब्द वरते हैं कि मालिक के हुक्म तो बिना पता भी नहीं हिलदा, तो बिल्कुल ठीक है, पता भी नहीं हिलदा। फिर साडे मन सवाल आता है कि बहुत सारे लोग गलत कर्म भी करते हैं, उन्होंने कुछ नहीं हुंदा, असीं चंगा भला करते हाँ, फिर भी असीं वो साडे नालों समाजिक तौर पर आर्थिक तौर पर अमीर नहीं उठता है, क्योंकि सानू गुरु ते भरोसा नहीं है। असीं बाहरी सुख लोड़ते हैं, बहुती बार असीं अपने अंदर दे सुख की गल नहीं करते। इसे तरह कि मालिक दा हुक्म है, वो मालिक दी रजा है कि जिहड़ा माया दे अधीन विकार कमाएगा वो कदे भी अंदर दा सुख नहीं प्राप्त कर सकता। जिवें असीं देखते हैं ना मलक भागू दा जीवन ते दूजे पासे भाई लालो जी, देखो कि हुण एक विकारी जीवन है, जिउं रहा है, बहुत कुछ है उहदे कोल, पर फिर भी उहदे कोल सुख नहीं है, वो सहार नहीं सकता किसी नूं वेख के। ते दूजे पासे भाई लालू जी दे घरे खाण नूं दाणे भी नहीं, वो तां भी शुक्र दे विच है कि बड़ा शुक्र है, बड़ा सुख है, बड़ा आनंद है। फर्क है कि नहीं? गल है अंदर दी। गुरबाणी बहुती बार अंदर दी गल करदी, जदों अंदर टिक जांदा है फिर बाहर अपने आप ही सुख आ जांदा है। असीं पहलां बाहर सुख भालदे हैं, मगरों कहने कि अंदर नाल बाद दे विच वेखांगे। ये ओदी रजा है कि जे कोई गलत कर्म कर रहा है तो वह किवें कर रहा है? माया दे अधीन होकर के, कि जिहड़ा विकारी हो गया वह गलती करेगा, ओदी रजा है, वो मालिक तो दूर ही होएगा, तंग ही होएगा। ते जिहड़ा मनुख गुरु दे नाल जुड़िया है वो गलत नहीं करेगा, ये भी ओदी रजा है। भाव कि सब कुछ हो दे हुक्म दे विच ही रहा, जिवें उन्हें एक संविधान एक नियम बनाया होया है ना कि जिहड़ा गुरु नाल जुड़ गया वो गलत नहीं करता, ते जिहड़ा माया दे नाल जुड़ गया वो फिर विकारी हो जाता है। इसे करके वार वार गुरु पातशाह जी गुरबाणी दे अंदर गुरु दी सिੱਖਿਆ नाल शब्द नाल जुड़ के मालिक नाल जिहड़ी जुड़न दी गल वो करते हैं। पातशाह जी आख रहे हैं कि ज्यों भावै त्यों राखे, जिवें तेरी रजा है, जिवें तेरा हुक्म है, उवें जीवां नूं इस तृष्णा तो आसा तो बचाउणा कर। गुरमुत साचा मन वसै, नाम पलो पत साथ। कि हे प्रभु तेरा सदा थिर नाम ही जीवां दा भला साथी है, पत साथ साथी है, तेरा नाम ही जीव दी इज्जत है, तेरा नाम गुरु दी मत लिया ही जीव दे मन विच जिहड़ा है वस सकदा है। कि गुरु दी मत तो बिना गुरमत साचा मन वसै, गुरु दी मत तो बिना वो सच्चा मालिक है जिहड़ा वो नहीं वस सकदा। इस करके गुरु दी मत लै करके ही मन दे विच वो वसदा है, अते तां ही फिर भला साथ है वो प्राप्त हुंदा है। हौमै रोग गवाईऐ, शब्द सच्चै सच भाख। कि हे भाई गुरु दे सच्चे शब्द दी राही सदा थिर नाम सिमर ध्या, नाम सिमरिया ही हौमै दा रोग जिहड़ा है वो दूर जिहड़ा है वो हो सकता है। भाख तो भाव कि सलाउणा कर, बोलना कर, भाख्या तो भाव कि जुड़ना कर उहदे मालिक दे नाल, सिमरना कर, ध्याउणा कर। आकाशी पाताल तू त्रिभवन रहया समाए, आकाशां दे विच हे मालिक जी, पाताल विच तिन्नियां ही भवनां दे विच तू आप ही हर थां ते जिहड़ा है वो व्यापक है। त्रिभवन रहया समाए, सब थावां ते समाया होया है। आपे भगति भाओ तू, आपे मिलहै मिलाए।
ਤੂੰ ਆਪ ਹੀ ਜੀਵਾਂ ਨੂੰ ਆਪਣੀ ਭਗਤੀ ਬਖਸ਼ਦਾ ਹੈ, ਆਪਣਾ ਪ੍ਰੇਮ ਬਖਸ਼ਦਾ ਹੈ। ਤੂੰ ਆਪ ਹੀ ਜੀਵਾਂ ਨੂੰ ਆਪਣੇ ਨਾਲ ਮਿਲਾ ਕੇ ਮਿਲਦਾ ਹੈ, ਆਪ ਹੀ ਆਪਣੇ ਨਾਲ ਮਿਲਾਉਂਦਾ ਹੈ। ਨਾਨਕ ਨਾਮ ਨਾ ਵਿਸਰੈ, ਜਿਉ ਪਾਵੈ ਤਿਵੇਂ ਰਜ਼ਾਏ। हे नानक, मालक दे दर ते अरदास करते आख कि हे प्रभु जी, जिवें तैनू चंगा लगे तिवें तेरी रजा वरतदी है, पर मेहर कर मैनू तेरा नाम कदे ना भुले। नानक नाम ना विसरै। नानक नाम इकट्ठा नहीं पढ़ांगे। नानक नाम ना विसरै कि तेरा नाम है जिहड़ा वो विसरे ना, क्योंकि नाम नानक दी गल दी नहीं, गुरु नानक साहब पातशाह जी पावन बाणी उचार रहे हैं। इस करके बहुत थावां ते जोड़ भी आएगा। आपां जपजी साहब पावन बाणी दे अंदर नानक नीच शब्द पढ़िया सी, वो दोवें इकट्ठे ने, क्योंकि दोवां दे कक्कियां नूं पहले नानक दे कक्के नूं ते चच्चे दे नीच दे चच्चे नूं औंकड़ है, इकट्ठा है। इसे तरह कि इत्थे नानक भाव गुरु नानक साहब जी आख रहे हैं, बाकी गुरु साहिबान भी इस तरह नानक शब्द मोर छाप ही वरतणगे। जदों इस तरह आउंदा है उदों बहुती वार पहला विश्राम नानक ते ही जिहड़ा है वो लगदा है। नाम ना विसरै कि मालक दा, हे मालक जी तेरा नाम मैनू ना विसरे, जिवें तैनू चंगा लगदा है, जिवें तेरी रजा है, उवें मैनू अपने विच जोड़ना कर। होईयां भुल्लां दी खिमा। फतेह प्रवान गुरु जी। वाहिगुरू जी का खालसा, वाहिगुरू जी की फतेह। सुबे